ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਧਨ, ਪਦ ਪੰਕਜ ਬੰਧਨ। ਸਿਮਰਾ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਗੁਰ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿਗੋਬਿੰਦ ਬਹੋਰੀ, ਤੇਗ ਬਹਾਦਰ ਭੈ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ।
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਵਿਨਾਸਣ ਸੋਏ। ਵਾਹਿਗੁਰੂ ਜੀ ਸਿੱਖੋਂ ਪੁਰ ਪ੍ਰਸਿੱਧ ਹੈ ਅਬਲੋ, ਕੌਸ ਸਮੀਪ ਇਹ ਤਿਨ ਤਬਲੋ। ਛੂਵਤ ਰੋਗ ਅਨੇਕ ਬਿਨਾਸੈ, ਮਹਾ ਮਹਾਤਮ ਜਗਤ ਪ੍ਰਕਾਸ਼ੈ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖੋਂ ਪੁਰ ਪ੍ਰਸਿੱਧ ਹੈ ਅਬਲੋ, ਕੌਸ ਸਮੀਪ ਇਹ ਤਿਨ ਤਬਲੋ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਪਿਛਲੇ ਪ੍ਰਕਰਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ, ਭਾਈ ਸੱਚਨ ਸੱਚ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਸੱਚਨ ਸੱਚ ਨੂੰ ਬਖਸ਼ਿਸ਼ ਦਿੱਤੀ ਹੈ ਕਿ ਉਸ ਰਾਣੀ ਦੇ ਨਾਲ ਵਿਆਹ ਕਰਵਾਇਆ। ਸਤਿਗੁਰੂ ਜੀ ਨੇ ਆਪਣੇ ਚਰਨਾਂ ਦੀ ਦੂਸਰੀ ਖੜਾਮ ਵੀ ਲਾ ਕੇ ਦਿੱਤੀ ਕਿ ਸੱਚਨ ਸੱਚ, ਜਿਹੜਾ ਵੀ ਤੁਹਾਡੇ ਕੋਲ ਆਏਗਾ, ਜਿਹਨੂੰ ਇਹ ਤੁਸੀਂ ਖੜਾਮ ਲਾਓਗੇ, ਜਿੰਦੇ ਵੀ ਤਨ ਦੇ ਨਾਲ ਛੂਝੇਗੀ, ਕਿਸੇ ਨੂੰ ਲਕਵਾ ਹੋਵੇ, ਕਿਸੇ ਨੂੰ ਕੋੜ ਹੋਵੇ, ਕੋਈ ਮਾਨਸਿਕ ਤੌਰ ਤੇ ਬਿਮਾਰ ਹੋਵੇ, ਕਿਸੇ ਵੀ ਤਰ੍ਹਾਂ ਦਾ ਦੁੱਖ ਰੋਗ ਲੈ ਕੇ ਕੋਈ ਤੁਹਾਡੇ ਕੋਲ ਆਵੇ, ਇਹ ਜੋੜਾ ਇਹ ਉਹਨਾਂ ਦੇ ਤਨ ਨੂੰ ਸੁਹਾਇਓ, ਉਹਨਾਂ ਦਾ ਦੁੱਖ ਦੂਰ ਹੋਏਗਾ। ਭਾਈ ਸੱਚਨ ਸੱਚ ਆਪਣੇ ਨਗਰ ਆਪਣੇ ਪਿੰਡ ਵਿੱਚ ਆ ਗਿਆ ਹੈ, ਜਿਹੜੇ ਪਿੰਡ ਦਾ ਨਾਮ ਕਵੀ ਸੰਤੋਖ ਸਿੰਘ ਜੀ ਜਦੋਂ ਕਥਾ ਲਿਖਦੇ ਨੇ ਕਹਿੰਦੇ ਹੁਣ ਤੱਕ ਇਸ ਪਿੰਡ ਦਾ ਨਾਮ ਸਿੱਖੋਪੁਰ ਪ੍ਰਸਿੱਧ ਹੈ। ਔਰ ਇਹ ਪਿੰਡ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਅੱਜ ਕੱਲ੍ਹ ਦੇ ਕਾਗਜ਼ਾਂ ਦੇ ਵਿੱਚ ਬਦਲ ਗਿਆ ਹੈ, ਨਾਮ ਬਦਲਿਆ ਹੋਇਆ ਹੈ, ਪਰ ਕੁਝ ਕੋਈ ਇਹ ਵੀ ਕਹਿੰਦੇ ਨੇ ਕਿ ਸਿੱਖੋਪੁਰ ਪਿੰਡ ਉੱਥੇ ਹੀ ਹੈ। ਇਹ ਦੁਲਚੇ ਕੇ ਪਿੰਡ ਜਿਹੜਾ ਕਾਗਜ਼ਾਂ ਵਿੱਚ ਬਦਲਿਆ ਹੋਇਆ ਕਿਹਾ ਜਾਂਦਾ ਹੈ, ਅਸਲ ਵਿੱਚ ਇਹ ਦੂਸਰਾ ਪਿੰਡ ਹੈ ਕਿ ਭਾਈ ਸੱਚਨ ਸੰਤ ਸੱਚ ਦਾ ਜਿਹੜਾ ਪਰਿਵਾਰ ਹੈ ਫਿਰ ਦੁਲਚੇ ਕੇ ਇਸ ਪਿੰਡ ਵਿੱਚ ਆ ਕੇ ਰਹਿਣ ਲੱਗ ਪਏ ਸਨ। ਪਰ ਆਮ ਤੌਰ 'ਤੇ ਮੰਨਣਾ ਹੈ ਕਿ ਸਿੱਖੋਪੁਰ ਹੀ ਉਹ ਪਿੰਡ ਹੈ, ਪਰ ਕਾਗਜ਼ਾਂ ਵਿੱਚ ਇਹਦਾ ਨਾਮ ਬਦਲ ਕੇ ਫਿਰ ਇਹ ਰੱਖ ਦਿੱਤਾ ਗਿਆ ਸੀ ਦੁਲਚੀ ਕੇ। ਉਹ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ, ਕੌਂਸ ਸਮੀਪ ਇਹ ਤਿਨ ਤਬਲੋ। ਜਦੋਂ ਤੱਕ ਇਹ ਕਥਾ ਲਿਖ ਰਹੇ ਸਨ ਕਿ ਇਹ ਦੂਸਰੇ ਖੜਾਵ ਜਿਹੜੇ ਉਹਨਾਂ ਨੇ ਚਾਂਦੀ ਦੇ ਇੱਕ ਭਾਂਡੇ ਦੇ ਵਿੱਚ ਕਹਿ ਲਏ ਕਿ ਉਹਦੇ ਵਿੱਚ ਮੜਾ ਕੇ ਰੱਖੀ, ਅੱਜ ਤੱਕ ਵੀ ਉਹਨਾਂ ਦੇ ਕੋਲ ਹੈ। ਔਰ ਅੱਜ ਉਹ ਪਰਿਵਾਰ ਚੱਲਦਾ, ਉਸ ਪਰਿਵਾਰ ਦੇ ਵਿੱਚ ਘਰ ਵਿੱਚ ਗੁਰੂ ਦਾ ਲੰਗਰ 24 ਘੰਟੇ ਵਰਤਦਾ ਹੈ। ਛੂਵਤ ਰੋਗ ਅਨੇਕ ਬਿਨਾਸੈ, ਮਹਾ ਮਹਾਤਮ ਜਗਤ ਪ੍ਰਕਾਸ਼ੈ। ਇਸ ਜੋੜੇ ਨੂੰ, ਇਸ ਖੜਾਂ ਨੂੰ ਛੂੰਹਦਿਆਂ ਨਾਲ ਵੱਡੇ ਵੱਡੇ ਰੋਗ ਵਾਲੇ ਰੋਗੀ ਜਿਹੜੇ ਨੇ ਉਹ ਠੀਕ ਹੁੰਦੇ ਸਨ। ਇਹ ਮਹਾਤਮ, ਇਹ ਮਹਿਮਾ ਸਾਰੇ ਜਗਤ ਵਿੱਚ ਉਦੋਂ ਫੈਲ ਗਈ। ਜਿਸ ਜਿਸ ਪਰ ਗੁਰ ਕਿਰਪਾ ਕਰੇ, ਭਏ ਨਿਹਾਲ ਅਵਿਦਿਆ ਹਰੇ। ਤੇ ਕੇਵਲ ਭਾਈ ਸੱਚਨ ਸੱਚ ਹੀ ਨਹੀਂ, ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਗੁਰੂ ਅਮਰਦਾਸ ਜੀ ਨੇ ਜਿੰਦੇ ਜਿੰਦੇ 'ਤੇ ਵੀ ਕਿਰਪਾ ਕੀਤੀ, ਹੋਰ ਕਈਆਂ ਨੂੰ ਨਿਹਾਲ ਕੀਤਾ, ਉਹਨਾਂ ਦੀ ਅਵਿਦਿਆ ਅਗਿਆਨਤਾ ਹਰ ਕੇ ਉਹਨਾਂ ਨੂੰ ਗਿਆਨ ਬਖਸ਼ਿਸ਼ ਕੀਤਾ। ਦੋਹੇ ਲੋਕਣ ਕੇ ਲਹਿ ਵਡਿਆਈ,
ਤਰੇ ਸੋ ਲੈਣ ਸੰਗ ਸਮੁਦਾਇ। ਜਿਨ੍ਹਾਂ ਜਿਨ੍ਹਾਂ ਤੇ ਵੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਕੇਵਲ ਇਸ ਮਾਤ ਲੋਕ ਦੀ ਨਹੀਂ, ਕਹਿੰਦੇ ਦੋਹਾਂ ਲੋਕਾਂ ਦੇ ਉਹਨਾਂ ਨੇ ਵਡਿਆਈ ਪ੍ਰਾਪਤ ਕੀਤੀ। ਲੋਕ ਸੁਖੀਆ ਤੇ ਉਹਨਾਂ ਨੇ ਆਪਣਾ ਪਰਲੋਕ ਸੁਹੇਲਾ ਕੀਤਾ, ਕੇਵਲ ਆਪਣਾ ਹੀ ਨਹੀਂ। ਤਰੇ ਸੋ ਲੈਣ ਸੰਗ ਸਮੁਦਾਇ, ਆਪ ਤੋਂ ਤਰੇ ਹੀ, ਹੋਰ ਜਿਨ੍ਹਾਂ ਜਿਨ੍ਹਾਂ ਦੀ ਸੰਗਤ ਕੀਤੀ, ਜਿਨ੍ਹਾਂ ਜਿਨ੍ਹਾਂ ਨੇ ਆ ਕੇ ਉਹਨਾਂ ਦੀ ਸੰਗਤ ਕੀਤੀ, ਉਹ ਸਾਰੇ ਤਰ ਗਏ। ਪੂਰੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਆਪਾਂ ਪੜ੍ਹਨੇ ਰੋਜ਼ ਹੀ। ਜਪਜੀ ਸਾਹਿਬ ਤੋਂ ਬਾਅਦ ਜਿਹੜਾ ਗੁਰੂ ਸਾਹਿਬ ਜੀ ਨੇ ਸ਼ਲੋਕ ਉਚਾਰਨ ਕੀਤਾ ਹੈ ਕਿ ਜਿਨੇ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ। ਕਿਤੀ ਛੁੱਟੇ ਨਾਲ, ਪਤਾ ਨਹੀਂ ਕਿੰਨੇ ਕੁ ਹੋਰ ਜਿਹੜੇ ਨਾਲ ਲੱਗੇ ਜਿਨ੍ਹਾਂ ਨੇ ਸੰਗਤ ਕੀਤੀ, ਛੁੱਟ ਗਏ। ਤਪ ਜਪ ਜੋਗ ਜਗਿਆ ਬ੍ਰਤ ਦਾਨੂ, ਗੁਰ ਸੇਵਾ ਕੇ ਹੈਵ ਨ ਸਮਾਨੂ। ਇਹ ਤੇ ਕਵੀ ਸੰਤੋਖ ਸਿੰਘ ਜੀ ਨੇ ਉਦਾਹਰਣ ਦਿੱਤੀ ਕਿ ਸੰਸਾਰ ਵਿੱਚ ਲੋਕ ਤਪ ਵੀ ਬੜਾ ਕਰਦੇ ਸਨ, ਜਪ ਵੀ ਕਰਦੇ ਸਨ, ਯੋਗ ਸਾਧਨਾ ਉਦੋਂ ਵੀ ਸਾਧਦੇ ਸਨ, ਅੱਜ ਵੀ ਸਾਧ ਰਹੇ ਨੇ। ਜਾਗਤ ਦੇ ਵਿੱਚ ਦਾਨ ਬਿਰਤੇ ਬੜੀ ਸੀ, ਦਾਨ ਉਦੋਂ ਵੀ ਦਿੱਤਾ ਜਾਂਦਾ ਸੀ, ਅੱਜ ਵੀ ਦਿੱਤਾ ਜਾਂਦਾ ਹੈ। ਪਰ ਕਹਿੰਦੇ ਇਹ ਤਪ ਜਪ ਜੋਗ ਜਗ ਬਰਤ ਦਾਨ, ਇਹ ਸਾਰਾ ਕੁਛ ਗੁਰੂ ਦੀ ਸੇਵਾ ਦੇ ਸਮਾਨ ਨਹੀਂ ਪਹੁੰਚ ਸਕਦਾ, ਉਹਨਾਂ ਦੀ ਸੇਵਾ ਦੇ ਤੁਲ ਨਹੀਂ, ਸੇਵਾ ਦੇ ਬਰਾਬਰ ਤੇ ਤਿਲ ਮਾਤਰ ਵੀ ਨਹੀਂ। ਜਿਨ ਕੇ ਬੜੇ ਭਾਗ ਜਗ ਜਾਗੇ, ਸੋ ਸਤਿਗੁਰੂ ਕੇ ਸੇਵਾ ਲਾਗੇ। ਜਗਤ ਵਿੱਚ ਜਿਨ੍ਹਾਂ ਦੇ ਵੱਡੇ ਭਾਗ ਜਾਗ ਪਏ, ਮੇਰੇ ਸਮਰੱਥ ਗੁਰੂ ਦੀ ਸੇਵਾ ਵਿੱਚ ਲੱਗੇ ਹੋਈ। ਇਸ ਪ੍ਰਕਾਰ ਗੁਰ ਕੋ ਜਸ ਫੈਲਾ, ਸੁਣ ਸੁਣ ਆਏ ਦਰਸ ਹਿਤ ਗੈਲਾ। ਕਹਿੰਦੇ ਇਸ ਤਰ੍ਹਾਂ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਸ ਸਾਰੇ ਜਗਤ ਵਿੱਚ ਫੈਲ ਗਿਆ। ਸੁਣ ਸੁਣ ਕੇ ਬੜੇ ਦੂਰ ਦੂਰ ਤੋਂ ਸਿੱਖ ਸੰਗਤਾਂ ਦਰਸ਼ਨ ਕਰਨ ਵਾਸਤੇ ਹੁੰਦੀਆਂ ਨੇ। ਲੋਕ ਅਨੇਕ ਕਾਮਨਾ ਧਾਰੈ, ਸਭ ਪਾਵਤ ਜਬ ਰੂਪ ਨਿਹਾਰੈ। ਲੋਕ ਦੂਰ ਦੂਰ ਤੋਂ ਬੜੀਆਂ ਬੜੀਆਂ ਕਾਮਨਾਵਾਂ ਮਨ ਦੇ ਵਿੱਚ ਧਾਰਨ ਕਰਕੇ ਆਉਂਦੇ ਨੇ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਨ ਚੱਲੇ ਹਨ। ਸਤਿਗੁਰੂ ਜੀ ਕਿਰਪਾ ਕਰਨ ਸਾਡੀ ਇਹ ਕਾਮਨਾ ਪੂਰੀ ਕਰ ਦੇਣ। ਔਰ ਜਿਹੜੇ ਆ ਕੇ ਦਰਸ਼ਨ ਕਰਦੇ ਸਨ ਉਹਨਾਂ ਦੀ ਕਾਮਨਾਵਾਂ ਪੂਰੀਆਂ ਵੀ ਗੁਰੂ ਸਾਹਿਬ ਜੀ ਕਰਦੇ ਸਨ। ਗ੍ਰਾਮ ਪੁਰਨ ਕੇ ਲੋਕ ਕਨੇਰੇ, ਆਵਤ ਦਰਸੈ ਭਾਗ ਵਡੇਰੇ। ਵੱਡੇ ਭਾਗਾਂ ਵਾਲੇ ਪਿੰਡਾਂ ਦੇ, ਨਗਰਾਂ ਦੇ, ਦੂਰ ਦੂਰ ਸ਼ਹਿਰਾਂ ਦੇ ਲੋਕ ਆ ਕੇ ਦਰਸ਼ਨ ਕਰਦੇ ਸਨ। ਲੱਗੇ ਦੀਵਾਨ ਮਹਾਨ ਹਮੇਸ਼ੂ, ਸੰਗਤ ਨਿਤ ਪ੍ਰਤ ਆਏ ਵਿਸ਼ੇਸ਼ੂ। ਔਰ ਗੁਰੂ ਘਰ ਦੇ ਵਿੱਚ ਦੀਵਾਨ ਤੇ ਹਮੇਸ਼ਾ ਹੀ ਲੱਗਦੇ ਸਨ, ਸਵੇਰੇ ਸ਼ਾਮ ਨੂੰ ਵੀ। ਔਰ ਜਦੋਂ ਸੰਗਤ ਕਿਤੇ ਬਹੁਤ ਹੁੰਦੀ ਸੀ, ਵਿਸ਼ੇਸ਼ ਦੀਵਾਨ ਵੀ ਲੱਗਦੇ ਸਨ ਜਿਹੜੇ ਦੁਪਹਿਰ ਤੱਕ ਵੀ ਚੱਲਦੇ ਸਨ। ਉੱਤਮ ਬ੍ਰਿੰਦ ਉਪਾਇ ਨ ਲਿਆਵੈ, ਅੰਗੀਕਾਰ ਨਾ ਹੋਏ ਹਟਾਵੈ। ਜਿਹੜੇ ਸਿੱਖ ਜਿਨ੍ਹਾਂ ਨੂੰ ਨਹੀਂ ਪਤਾ ਦੂਰ ਦੂਰ ਤੋਂ ਹੁੰਦੇ ਨੇ, ਉਹ ਆਪਣੇ ਵੱਲੋਂ ਬੜੀਆਂ ਉੱਤਮ ਭੇਟਾਵਾਂ ਲੈ ਕੇ ਹੁੰਦੇ ਨੇ। ਉੱਤਮ ਆਪ ਜੀ ਜਾਣਦੇ ਹੋ ਨਾ ਜੀ, ਐਨ ਚੰਗੀਆਂ ਸੋਹਣੀਆਂ ਛਾਂਟ ਛਾਂਟ ਕੇ, ਜਿਹੜੀਆਂ ਬੜੀਆਂ ਸੋਹਣੀਆਂ ਹੋਣ, ਬੜੀਆਂ ਕੀਮਤੀ ਹੋਣ, ਉਹਨਾਂ ਦੇ ਹਿਸਾਬ ਨਾਲ ਉਹ ਲੈ ਕੇ ਆਉਂਦੇ ਸਨ। ਪਰ ਸਮਾਂ ਐਸਾ ਵੀ ਹੈ ਕਿ ਜਿਹੜਾ ਨੋਟ ਕਿਤੇ ਵੀ ਨਹੀਂ ਚੱਲਦਾ, ਫਿਰ ਅੱਜ ਸਿੱਖ ਕਹਿ ਦਿੰਦੇ ਚਲੋ ਗੋਲਕ 'ਚ ਹੀ ਸਹੀ। ਜਿਹੜਾ ਕਿਤੇ ਨਹੀਂ ਚੱਲਦਾ ਚਲੋ ਗੁਰੂ ਨੂੰ ਜਾ ਕੇ ਦਿਆਂਗੇ, ਗੋਲਕ ਵਿੱਚ ਨਹੀਂ ਚਲੋ ਕਿਸੇ ਪ੍ਰਚਾਰਕ ਨੂੰ, ਕਿਸੇ ਰਾਗੀ ਸਿੰਘ ਨੂੰ ਦਿਆਂਗੇ। ਐਸੇ ਨੋਟ ਵੀ ਹੁੰਦੇ ਨੇ ਕਿ ਜਿਹੜੇ ਗੋਲਕ ਵਿੱਚੋਂ ਕੱਢ ਕੇ ਫਿਰ ਪਾੜਨੇ ਪੈਂਦੇ ਨੇ। ਗਿਣਤੀ ਵਿੱਚ ਲਿਆਵਾਂਗੇ ਤਾਂ ਮੈਨੇਜਰ ਸਾਹਿਬ ਨੂੰ ਪੈਣਗੇ, ਭਾਈ ਸਾਹਿਬ ਜੀ ਕੋਲ ਆਉਣਗੇ, ਕਿਸੇ ਰਾਗੀ ਸਿੰਘ ਗ੍ਰੰਥੀ ਕੋਲ, ਫਿਰ ਉਹ ਇੱਕ ਪਾਸੇ ਰੱਖਣੇ ਪੈਂਦੇ ਨੇ। ਦੁਕਾਨਦਾਰ ਨੂੰ ਧੋਖੇ ਨਾਲ ਦਿਆਂਗੇ, ਉਹਨੂੰ ਜਾ ਕੇ ਘਾਟਾ ਪੈਣਾ ਹੈ। ਪਰ ਨਹੀਂ, ਸਿੱਖ ਸਨ, ਭਾਵਨਾ ਵਾਲੇ ਸਨ ਕਿ ਉੱਤਮ ਭੇਟਾਵਾਂ ਬੜੀਆਂ ਚੰਗੀਆਂ ਚੰਗੀਆਂ ਛਾਂਟ ਕੇ ਲਿਆਉਂਦੇ ਨੇ। ਪਰ ਸਤਿਗੁਰੂ ਜੀ ਉਹ ਭੇਟਾਵਾਂ ਅੰਗੀਕਾਰ ਹੀ ਨਹੀਂ ਕਰਦੇ ਵੀ ਭੇਟਾ ਕੋਈ ਨਹੀਂ ਰੱਖਣੀ। ਜਿਹੜਾ ਅਨਾਜ ਰੁਪਈਆ ਪੈਸਾ ਆਉਣਾ ਹੈ ਤੇ ਉਹਨਾਂ ਕੋਲ ਲੈਣਾ, ਬਸ ਇੱਕ ਦਿਨ ਹੀ ਚੱਲ ਜੇ। ਬਾਕੀ ਸਾਰੇ ਗੁਰੂ ਸਾਹਿਬ ਜੀ ਕਹਿੰਦੇ ਸੀ ਭਾਈ ਲੈ ਜਾਓ, ਕਿਸੇ ਲੋੜਵੰਦ ਗਰੀਬ ਨੂੰ ਵੰਡਦੇ ਜੇ, ਤੁਹਾਡੀ ਸੇਵਾ ਪ੍ਰਵਾਨ ਹੋ ਜਾਏਗੀ। ਜੇ ਤੱਕ ਦੇਖ ਵਿਖੈ ਲੱਗ ਜਾਏ, ਗ੍ਰਹਿਣ ਕਰੇ ਸੋ ਨਰਗਣ ਖਾਏ। ਬਸ ਉਹਨਾਂ ਕੋਲ ਲੈਂਦੇ ਸਨ ਜਿੰਨਾ ਕੋ ਲੰਗਰ 'ਚ ਲੱਗ ਜੇ, ਉਹਨਾਂ ਕੋਲ ਲੈਂਦੇ ਸਨ ਜਿਹੜੇ ਲੋੜਵੰਦਾਂ ਦੇ ਘਰ ਬਣਾਉਣੇ ਨੇ, ਕਿਸੇ ਗਰੀਬ ਨੂੰ ਲੋੜ ਹੈ। ਰੁਪਈਆ ਪੈਸਾ ਵੀ ਲੈਂਦੇ ਸਨ, ਪਰ ਉਹਨਾਂ ਕੋਲ ਲੈਂਦੇ ਸਨ ਜਿਹੜਾ ਸ਼ਾਮ ਤੱਕ ਵੰਡ ਦੇਣਾ ਹੈ।
ਲੰਗਰ ਚਲੇ ਅਤੂਟ ਵਿਸਾਲਾ, ਹੋਣ ਲੱਗੇ ਪ੍ਰਾਤ ਹੀ ਕਾਲਾ। ਲੰਗਰ ਜਿਹੜਾ ਅਤੁੱਟ ਚੱਲਦਾ ਹੈ, ਔਰ ਸਵੇਰ ਤੋਂ ਹੀ ਲੰਗਰ ਸ਼ੁਰੂ ਹੋ ਜਾਂਦਾ, ਕਿਉਂਕਿ ਸੰਗਤ ਬਹੁਤੀ ਆਉਣ ਲੱਗੀ ਸੀ। ਜਬੇ ਦਿਓ ਸੇ ਆਵੇ ਮਧਿਆਨ, ਤਬ ਸਤਿਗੁਰ ਪਹੁੰਚੇ ਹਿਤ ਖਾਣ। ਪਹਿਲੋਂ ਤਾਂ ਲੰਗਰ ਤਿਆਰ ਹੁੰਦਾ ਸੀ, ਲੰਗਰ ਆ ਕੇ ਗੁਰੂ ਸਾਹਿਬ ਦੇ ਕੋਲ ਬੇਨਤੀ ਕਰਦਾ ਸੀ, ਸਤਿਗੁਰੂ ਜੀ ਲੰਗਰ ਤਿਆਰ ਹੋ ਗਿਆ। ਸਤਿਗੁਰੂ ਜੀ ਸਕਦੇ ਸਨ, ਫਿਰ ਸੰਗਤਾਂ ਸਕਦੀਆਂ ਸਨ। ਪਰ ਹੁਣ ਕਿਉਂਕਿ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਆਉਣ ਲੱਗ ਗਈਆਂ, ਸਵੇਰ ਤੋਂ ਲੰਗਰ ਚੱਲਦਾ ਹੈ, ਪਰ ਜਦੋਂ ਮਧਿਆਨ ਦੁਪਹਿਰ ਦਾ ਸਮਾਂ ਹੁੰਦਾ ਉਦੋਂ ਲੰਗਰ ਹੀ ਹੁੰਦਾ ਹੈ ਕਿ ਸਤਿਗੁਰੂ ਜੀ ਲੰਗਰ ਦਾ ਸਮਾਂ ਹੋ ਗਿਆ, ਫਿਰ ਗੁਰੂ ਸਾਹਿਬ ਜੀ ਛਕਦੇ ਨੇ, ਲੰਗਰ ਵਿੱਚ ਪਹੁੰਚਦੇ ਨੇ। ਅਤੇ ਸੰਗਤ ਦੇ ਵਿੱਚ ਬੈਠ ਕੇ ਅਚੇ ਉਗਰਾ ਹੋਏ ਅਲੂਣਾ, ਸੋ ਪੇ ਤਣਕ ਉਦਰ ਰਹੇ ਊਣਾ। ਭਾਵੇਂ ਲੰਗਰ ਵਿੱਚ ਬੜੀ ਤਰ੍ਹਾਂ ਦੇ ਪਦਾਰਥ ਬਣਦੇ ਸਨ, ਖੀਰਾਂ ਬਣਦੀਆਂ ਸਨ, ਕੜਾਹ ਪ੍ਰਸ਼ਾਦ ਬਣਦਾ ਸੀ, ਉੱਥੇ ਕਈ ਤਰ੍ਹਾਂ ਦੀਆਂ ਦਾਲਾਂ ਸਬਜ਼ੀਆਂ ਬਣਦੀਆਂ ਸਨ। ਪਰ ਧੰਨ ਗੁਰੂ ਅਮਰਦਾਸ ਜੀ ਜਿਹੜਾ ਲੰਗਰ ਛਕਦੇ ਸਨ, ਦੁਪਹਿਰੇ ਇੱਕੋ ਟਾਈਮ ਛਕਦੇ ਨੇ, ਉਹ ਗਰਾ ਦਲੀਆ ਕਹਿ ਲਈਏ। ਅਤੇ ਦਲੀਆ ਵੀ ਉਹ ਜਿਹਦੇ ਵਿੱਚ ਲੂਣ ਨਹੀਂ, ਅਲੂਣਾ, ਕਿਉਂਕਿ ਲੂਣ ਦਾ ਵੀ ਇੱਕ ਸਵਾਦ ਹੁੰਦਾ ਹੈ। ਔਰ ਲੂਣ ਵੈਸੇ ਉਮਰ ਦੇ ਹਿਸਾਬ ਨਾਲ ਵੀ ਫਿਰ ਅੱਗੇ ਜਾ ਕੇ ਉਹ BP ਵੀ ਵਧਾਉਂਦਾ ਹੈ, ਪਰ ਉਹ ਸਵਾਦ ਕਰਕੇ ਨਹੀਂ ਛਕਣਾ। ਗੁਰੂ ਸਾਹਿਬ ਨੇ ਬਿਨਾਂ ਸਵਾਦ ਤੋਂ ਅਲੂਣਾ ਹੀ ਛਕਣਾ ਹੈ, ਅਤੇ ਛਕਣਾ ਵੀ ਪੇਟ ਭਰ ਕੇ ਨਹੀਂ। ਕਹਿੰਦੇ ਸੋਪੇ ਤਣਕ ਉਧਰ ਰਹੇ ਊਣਾ, ਉਹ ਥੋੜ੍ਹੀ ਜਿਹੀ ਭੁੱਖ ਰੱਖ ਕੇ ਉਹਨਾਂ ਕੋਲ ਛਕਣਾ ਕਿ ਪੂਰੀ ਤਰ੍ਹਾਂ ਪੇਟ ਭਰ ਕੇ ਨਹੀਂ ਛਕਣਾ, ਇੱਕੋ ਟਾਈਮ ਛਕਣਾ ਹੈ। ਸੰਗਤ ਖਟ ਰਸ ਖਾਏ ਆਹਾਰਾ, ਮਧੁਰ ਤੁਰਸ਼ ਜੇ ਅਣਕ ਪ੍ਰਕਾਰਾ। ਪਰ ਜਿਹੜੀ ਸੰਗਤ ਹੈ ਉਹ ਖਟ ਰਸ ਖਾਏ ਆਹਾਰਾ, 6 ਰਸਾਂ ਵਾਲਾ, 6 ਰਸ ਦੁਨੀਆ ਵਿੱਚ ਮੰਨੇ ਗਏ। ਭਾਵ ਕਿ ਹਰ ਤਰ੍ਹਾਂ ਦਾ ਲੰਗਰ ਤਿਆਰ ਹੁੰਦਾ ਸੀ, ਖੱਟਾ ਮਿੱਠਾ, ਕਿਤੇ ਖੱਟਾ ਮਿੱਠਾ ਮਿਕਸ, ਕਈ ਵਾਰੀ ਜਲੇਬੀ ਵੀ ਬਣਦੇ ਸਨ, ਨਮਕੀਨ ਵੀ ਬਣਦੇ ਸਨ। ਸੰਗਤਾਂ ਉਹ ਸਾਰੇ ਤਰ੍ਹਾਂ ਦਾ ਪ੍ਰਸ਼ਾਦ ਲੰਗਰ ਪਾਣੀ ਛਕਦੀਆਂ ਨੇ। ਤਬ ਲੈ ਲੰਗਰ ਵਰਤਤ ਰਹਿ, ਆਣ ਅਚੇ ਭੋਜਨ ਜੋ ਚਾਹੈ। ਲੰਗਰ ਸਵੇਰ ਤੋਂ ਹੀ ਚੱਲਦਾ ਸੀ, ਗੁਰੂ ਸਾਹਿਬ ਜੀ ਦੁਪਹਿਰ ਦੇ ਟਾਈਮ ਛਕਦੇ ਸਨ, ਉਸ ਤੋਂ ਲੈ ਕੇ ਫਿਰ ਲੰਗਰ ਜਿਹੜਾ ਰਾਤ ਪਹਿਰ ਰਾਤ ਤੱਕ ਚੱਲਦੇ ਰਹਿੰਦਾ ਸੀ। ਨਹਿ ਕਿਸਹੂ ਹਟਾਵਣ ਹੋਏ, ਦੇਸ਼ ਵਿਦੇਸ਼ੇ ਲਹਿ ਸਭ ਕੋਏ। ਚਾਹੇ ਕੋਈ ਦੇਸ਼ ਤੋਂ ਆਉਂਦਾ ਸੀ, ਕੋਈ ਵਿਦੇਸ਼ਾਂ 'ਚ ਆਉਂਦਾ ਸੀ, ਕੋਈ ਪਿੰਡ 'ਚ ਆਉਂਦਾ ਸੀ, ਨੇੜੇ ਆਉਂਦਾ ਸੀ, ਕੋਈ ਹਰ ਰੋਜ਼ ਵੀ ਭਾਵੇਂ ਆਉਂਦਾ ਸੀ। ਹੁਣ ਤਾਂ ਨਿਸ਼ਾਨੀ ਕਰ ਲਈ ਜਾਂਦੀ ਹੈ ਨਾ ਕਿ ਰੋਜ਼ ਆ ਜਾਂਦਾ ਹੈ, ਇਹਨੂੰ ਕੱਢੋ ਬਾਹਰ, ਰੋਜ਼ ਕਿਉਂ ਆਉਂਦਾ ਹੈ। ਭਾਵੇਂ ਰੋਜ਼ ਵੀ ਆਉਂਦਾ ਸੀ, ਪਰ ਕਿਸੇ ਨੂੰ ਲੰਗਰ ਵਿੱਚੋਂ ਰੋਕਿਆ ਨਹੀਂ ਸੀ ਜਾਂਦਾ, ਭਈ ਆਓ ਜਿੰਨਾ ਛਕਣਾ ਉਹਨਾਂ ਛਕੋ। ਜਹ ਕਹਿ ਸੋ ਜਸ ਵਿਸ਼ਾਲ ਪ੍ਰਕਾਸ਼ਾ, ਸਿੱਖਣ ਬਨ ਮੈਂ ਹੋਤ ਹੋ ਲਾਸਾ। ਔਰ ਜਿੱਥੇ ਇਵੇਂ ਦਾ ਖੁੱਲ੍ਹਾ ਲੰਗਰ ਚੱਲਦਾ ਹੋਵੇ, ਫਿਰ ਭੀੜ ਤਾਂ ਵੈਸੇ ਹੋ ਹੀ ਜਾਂਦੀ। ਉੱਥੇ ਤਾਂ ਗੁਰੂ ਸਾਹਿਬ ਜੀ ਆਪ ਸਨ, ਸਮਰੱਥ ਗੁਰੂ ਸਨ, ਕਿਉਂਕਿ ਛਕਣ ਛਕਾਉਣ ਵਾਲੇ ਵੀ ਬਹੁਤੇ ਆ ਜਾਂਦੇ ਨੇ, ਭੀੜ ਬਹੁਤੀ ਸੀ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਉਂਦੇ ਸਨ। ਗੁਰੂ ਸਾਹਿਬ ਦਾ ਪ੍ਰਕਾਸ਼ ਜਿਹੜਾ ਸਾਰੇ ਪਾਸੇ ਸੋਜਾ ਸੋਨਾ ਦਾ ਫੈਲ ਗਿਆ। ਸ੍ਰੀ ਅੰਗਦ ਕੋ ਸੁਤ ਸੁਣ ਕਰਕੇ, ਜਰੇ ਨਹੀਂ ਜਾਵਤ ਜਰ ਬਰਕੈ। ਕਿਉਂਕਿ ਧੰਨ ਗੁਰੂ ਅਮਰਦਾਸ ਜੀ ਦੀ ਵਡਿਆਈ ਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਹੋਊਗੀ। ਫਿਰ ਖਡੂਰ ਸਾਹਿਬ ਕਿਹੜਾ ਦੂਰ ਸੀ, ਗੋਬਿੰਦਵਾਲ ਸਾਹਿਬ ਤੋਂ 4 ਕੋਹ ਦਾ ਫਰਕ ਹੈ ਨਾ ਜੀ। ਗੋਬਿੰਦਵਾਲ ਸਾਹਿਬ ਖਡੂਰ ਸਾਹਿਬ ਤੋਂ ਵੀ ਸਿੱਖ ਆਉਂਦੇ ਸਨ। ਔਰ ਇਹ ਸਾਰੇ ਗੁਰੂ ਸਾਹਿਬ ਦੀ ਮਹਿਮਾ ਜਿਹੜੀ ਧੰਨ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਦਾਤੂ ਜੀ ਅਤੇ ਦਾਸੂ ਜੀ, ਉਹਨਾਂ ਦੇ ਕੰਨਾਂ 'ਚ ਵੀ ਪੈਂਦੀ ਹੈ। ਪਰ ਉਹ ਸੁਣ ਕੇ, ਇਹ ਗੁਰੂ ਸਾਹਿਬ ਦੀ ਵਡਿਆਈ ਸੁਣ ਕੇ ਸੜ ਬਲ ਜਾਂਦੇ ਨੇ ਅਤੇ ਕੀ ਵਿਚਾਰ ਕਰਦੇ ਨੇ, ਹਮਰੇ ਘਰ ਕੇ ਇਹ ਵਡਿਆਈ, ਹਮ ਕਿਉਂ ਨਾ ਹੋਏ ਸੁਖਦਾਈ। ਕਿ ਇਹ ਗੁਰਤਾ ਗੱਦੇ ਤੇ ਸਾਡੇ ਘਰ ਦੀ ਵਡਿਆਈ ਹੈ। ਸਾਡੇ ਪਿਤਾ ਧੰਨ ਗੁਰੂ ਅੰਗਦ ਦੇਵ ਜੀ ਕੋਲ ਸੀ, ਇਹ ਸਾਨੂੰ ਕਿਉਂ ਨਾ ਸੁਖਦਾਈ ਹੋਈ, ਸਾਡੇ ਕੋਲ ਕਿਉਂ ਨਾ ਆਈ, ਇਹ ਤਾਂ ਹੱਕ ਸਾਡਾ ਸੀ। ਸ੍ਰੀ ਅੰਗਦ ਬੈਕੁੰਠ ਪਧਾਰੇ, ਕਰੇ 13ਵੀਂ ਜਬੇ ਪਿਛਾਰੇ। ਜਦੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਸਨ, ਫਿਰ 13ਵੀਂ ਦਾ ਭਾਵ ਜਿਹਨੂੰ ਅੱਜ ਦੇ
ਬੋਲਾਂ ਵਿੱਚ ਆਪਾਂ ਅੰਤਿਮ ਅਰਦਾਸ ਕਹਿੰਦੇ ਹਾਂ, ਉਹ ਅੰਤਿਮ ਅਰਦਾਸ ਜਦੋਂ ਕੀਤੀ ਗਈ ਸੀ, ਜਦੋਂ ਸਾਰੀ ਸਿੱਖ ਸੰਗਤ ਇਕੱਠੀ ਹੋਈ। ਬੁੱਢੇ ਔਰ ਵਿਚਾਰ ਕਰ ਨਿੱਕਾ, ਦੀਨਸ ਅਮਰ ਗੁਰੂ ਕੋਹ ਟਿੱਕਾ। ਹਣੇ ਭਾਈ ਦਾਤੂ ਜੀ ਜਿਹੜੇ ਨੇ ਉਹ ਸੋਚ ਰਹੇ ਨੇ ਕਿ ਉਦੋਂ ਬਾਬਾ ਬੁੱਢਾ ਜੀ ਨੇ ਵਿਚਾਰ ਕਰਕੇ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦਾ ਟਿੱਕਾ ਦਿੱਤਾ, ਦਸਤਾਰ ਦਿੱਤੀ, ਭਾਵੇਂ ਸਾਰਿਆਂ ਦੇ ਸਾਹਮਣੇ ਸੀ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਆਪ ਗੁਰਤਾ ਗੱਦੀ ਦੇ ਕੇ ਗਏ, ਨਮਸਕਾਰ ਕਰਕੇ ਗਏ ਸਨ। ਪਰ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਤੋਂ ਗੁਰੂ ਅੰਗਦ ਦੇਵ ਜੀ ਨੂੰ ਜਿੱਦਣ ਦਸਤਾਰ ਬੰਨੀ, ਉਦੋਂ ਵੀ ਬਾਬਾ ਬੁੱਢਾ ਸਾਹਿਬ ਦੇ ਘਰ ਤੋਂ ਆਈ ਸੀ। 6ਵੇਂ ਪਾਤਸ਼ਾਹ ਤੱਕ ਗੁਰਤਾ ਗੱਦੀ ਵਾਲੀ ਦਸਤਾਰ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਤੋਂ ਹੀ ਆਉਂਦੀ ਰਹੀ। ਇੱਥੋਂ ਤੱਕ ਕਿ 10ਵੇਂ ਪਾਤਸ਼ਾਹ ਤੱਕ ਹੀ ਭਾਈ ਰਾਮ ਕੌਰ ਜੀ ਬਾਬਾ ਬੁੱਢਾ ਸਾਹਿਬ ਦੇ ਅੰਸ਼ ਵੰਸ਼ ਵਿੱਚੋਂ ਸਨ ਕਿ ਇਹ ਗੁਰਤਾ ਗੱਦੀ ਵਾਲੀ ਦਸਤਾਰ ਬਾਬਾ ਬੁੱਢਾ ਸਾਹਿਬ ਦੇ ਘਰ ਤੋਂ ਹੀ ਆਉਂਦੀ ਸੀ। ਜਦੋਂ ਦਸਤਾਰ ਦਿੱਤੀ ਤੇ ਦਾਤੂ ਜੀ ਵਿਚਾਰ ਕਰਦੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਤੀ ਉਹਨਾਂ ਨੂੰ। ਦਾਤੂ ਨੇ ਨਿਜ ਬਲ ਕੋ ਧਾਰੇ, ਲੈ ਸਭ ਤੇ ਬੰਦੇ ਦਸਤਾਰੇ। ਉਦੋਂ ਬਾਬਾ ਦਾਤੂ ਜੀ, ਪੂਰੇ ਆਪ ਜੀ ਜਾਣਦੇ ਹੋ, ਦਾਸੂ ਜੀ ਵੱਡੇ ਸਨ, ਦਾਤੂ ਜੀ ਛੋਟੇ ਸਨ। ਬਾਬਾ ਦਾਤੂ ਜੀ ਨੇ ਉਦੋਂ ਬਾਬਾ ਬੁੱਢਾ ਸਾਹਿਬ ਜੀ ਤੋਂ ਜ਼ੋਰ ਕਰਕੇ ਧੱਕੇ ਨਾਲ ਉਹ ਦਸਤਾਰ ਖੋਹ ਵੀ ਲਈ ਸੀ। ਖੋਹ ਕੇ ਆਪ ਬੰਨ ਲਈ ਸੀ, ਗੁਰੂ ਤੇ ਮੈਂ ਹਾਂ। ਬੈਠੇ ਨੇ ਤਗਾਤੇ ਪਰ ਸੋਏ, ਪੂਜਾ ਕਰਨ ਆਏ ਨਹਿ ਕੋਏ। ਉਹ ਧੱਕੇ ਨਾਲ ਦਸਤਾਰ ਖੋਹ ਕੇ ਆਪਣੇ ਦਸਤਾਰ ਤੇ ਬੰਨ ਲਈ ਕਿ ਗੁਰੂ ਤੇ ਮੈਂ, ਗੁਰੂ ਬਣ ਕੇ ਉਸੇ ਤਰ੍ਹਾਂ ਗੁਰਤਾ ਗੱਦੀ ਤੇ ਵੀ ਬੈਠਦਾ ਸੀ, ਚੰਦੋਆ ਵੀ ਲਾਉਂਦਾ ਸੀ। ਪਰ ਆਉਣਾ ਕਿੰਨੇ ਸੀ? ਕਿਉਂਕਿ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਨੇ ਜਾ ਕੇ ਆਪਣੇ ਕਦਮ ਰੱਖਣੇ ਸਨ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਨੇ ਕਹਿਣਾ ਸੀ ਗੁਰੂ ਇਹ ਹੈ, ਸਿੱਖਾਂ ਤੇ ਜਾਣਾ ਹੀ ਉੱਥੇ ਸੀ। ਔਰ ਸਿੱਖਾਂ ਦੇ ਸਾਹਮਣੇ ਗੁਰੂ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦਿੱਤੀ, ਕੋਈ ਨਹੀਂ ਆਇਆ ਪੂਜਣ ਵਾਸਤੇ। ਉਪਦੇਸ਼ਤ ਸੰਗਤ ਕੋ ਰਹਿਓ, ਤੋ ਨਾ ਗੁਰ ਇਸ ਕੋ ਕਿਨ ਕਹਿਓ। ਸੰਗਤਾਂ ਵਿੱਚ ਬੜਾ ਉਪਦੇਸ਼ ਦਿੰਦਾ ਰਿਹਾ ਕਿ ਮੈਂ ਗੁਰੂ ਦਾ ਪੁੱਤਰ ਹਾਂ, ਗੁਰੂ ਤੇ ਮੈਂ ਹਾਂ, ਮੇਰੇ ਕੋਲ ਆਇਆ ਕਰੋ, ਇੱਥੇ ਭੇਟਾ ਲੈ ਕੇ ਆਇਆ ਕਰੋ, ਤੁਹਾਡੀ ਕਾਮਨਾ ਪੂਰੀ ਹੋਏਗੀ। ਪਰ ਕਿਸੇ ਨੇ ਸੁਣੀ, ਕਿਸੇ ਨੇ ਮੂੰਹ ਲਾਇਆ, ਕੋਈ ਨਹੀਂ ਗਿਆ। ਆਏ ਨਹੀਂ ਕੋ ਮਾਤ ਨਿਵਾਵੈ, ਮਿਲੇ ਨਾ ਕੁਛ ਅਕੋਰ ਅਰ ਪਾਵੈ। ਕਿਉਂਕਿ ਕੋਈ ਸਿੱਖ ਨਹੀਂ ਗਿਆ ਬਾਬਾ ਦਾਤੂ ਕੋਲ, ਕਿਸੇ ਨੇ ਜਾ ਕੇ ਮੱਥਾ ਨਹੀਂ ਟੇਕਿਆ। ਔਰ ਭੇਟਾ ਤਾਂ ਕਿੱਥੋਂ ਮਿਲਣੀ ਸੀ, ਕਿਸੇ ਨੇ ਭੇਟਾ ਨਹੀਂ ਦਿੱਤੀ। ਯਾ ਤੇ ਰਿਸਕਾਰ ਦੁਖੇ ਕਨੇਰਾ, ਹੋਏ ਈਰਖਾ ਸਹਿਤ ਵਡੇਰਾ। ਇਸ ਕਰਕੇ ਬਾਬਾ ਦਾਤੂ ਜੀ ਈਰਖਾ ਤੋਂ ਉਹਨਾਂ ਦੇ ਮਨ ਵਿੱਚ ਉਦੋਂ ਸੀ ਕਿ ਮੇਰੇ ਕੋਲ ਕੋਈ ਆਉਂਦਾ ਹੀ ਨਹੀਂ, ਭੇਟਾ ਹੀ ਨਹੀਂ ਦਿੰਦਾ। ਈਰਖਾ ਦੇ ਵਿੱਚ ਸੜਦਾ ਬਲਦਾ ਤੇ ਉਦੋਂ ਹੀ ਸੀ, ਪਰ ਜਦੋਂ ਗੁਰੂ ਸਾਹਿਬ ਦੀ ਮਹਿਮਾ ਸੁਣਦਾ ਹੋਰ ਸੜ ਜਾਂਦਾ ਹੈ। ਬੜੇ ਗੁਰੂ ਪਰ ਬਣਿਓ ਨਾ ਜਾਈ, ਨਹਿ ਸੰਗਤ ਕਿਸ ਦਿਸ ਤੇ ਆਈ। ਆਪਣੇ ਵੱਲੋਂ ਤੇ ਗੁਰੂ ਬਣ ਕੇ ਬੈਠਦਾ ਹੈ, ਪਰ ਬਣਿਆ ਨਹੀਂ ਜਾਂਦਾ। ਕਿਉਂਕਿ ਰਾਜਾਂ ਦੀ ਰਾਜਗੱਦੀ ਥੋੜ੍ਹੀ ਕਿ ਆਪਣੇ ਜ਼ੋਰ ਨਾਲ ਲੈ ਲਈ ਤੇ ਰਾਜ ਕਰ ਲਿਆ। ਇਹ ਤਾਂ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਨਾ। ਗੁਰਤਾ ਗੱਦੀ ਦਾ ਅਰਥ ਇਹ ਤਾਂ ਨਹੀਂ ਸੀ ਚੰਦੋਆ ਲਾ ਲਿਆ ਤੇ ਸੋਹਣੀ ਜਿਹੀ ਗੱਦੀ ਲਾ ਲਈ ਤੇ ਬੈਠ ਗਏ। ਗੁਰਤਾ ਗੱਦੀ ਤੇ ਕੇਵਲ ਉਹ ਗਿਆਨ ਹੀ ਸੀ ਨਾ ਕਿ ਭਈ ਇਹ ਗਿਆਨ ਵਾਲੀਆਂ ਪੋਥੀਆਂ, ਸ਼ਬਦ ਵਾਲੀਆਂ ਪੋਥੀਆਂ ਲਵੋ, ਇਹਨਾਂ ਨੂੰ ਆਪ ਪੜ੍ਹੋ, ਸੰਗਤਾਂ ਵਿੱਚ ਪ੍ਰਚਾਰੋ। ਇਹ ਗਿਆਨ ਦਾ ਖਜ਼ਾਨਾ ਗੁਰੂ ਸਾਹਿਬ ਜੀ ਦੇ ਕੇ ਗਏ ਸਨ ਧੰਨ ਗੁਰੂ ਅੰਗਦ ਦੇਵ ਜੀ ਨੂੰ। ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਦਿੱਤਾ ਕਿ ਇਹਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਹੁਣ ਉਹ ਗਿਆਨ ਤੇ ਲਿਆ ਨੇ, ਗਿਆਨ ਦੀ ਸਮਝ ਨਹੀਂ, ਗੁਰੂ ਬਣ ਕੇ ਬੈਠ ਗਿਆ, ਪਰ ਬਣਿਆ ਨਹੀਂ ਜਾਂਦਾ। ਉਤੇ ਮਿੱਤਰ ਖੱਤਰੀ ਇਸ ਕੇਰੇ, ਨਿਕਟ ਬੈਠ ਕਰ ਤਰਕ ਕਨੇਰੇ। ਕਹਿੰਦੇ ਦਾਤੂ ਜੀ ਦੇ ਮਿੱਤਰ ਵੀ ਬਣੇ ਸਨ ਬੜੇ। ਕੁਝ ਕੁ ਮਿੱਤਰ ਜਿਹੜੇ ਖੱਤਰੀਆਂ ਦੇ ਵਿੱਚੋਂ ਸਨ, ਖੱਤਰੀ ਮਿੱਤਰ ਬਣੇ ਸਨ, ਕੋਲ ਆ ਕੇ ਬੈਠਦੇ ਸਨ। ਔਰ ਕਈ ਵਾਰੀ ਆ ਕੇ ਤਰਕ ਵੀ ਕਰਦੇ ਸਨ। ਤਰਕ ਵੀ ਐਸਾ ਤਰਕ ਕਹਿੰਦਾ ਕਿ ਸਗੋਂ ਆ ਕੇ ਭੜਕਾਉਂਦੇ ਸਨ। ਤੁਮ ਸਪੂਤ ਬੈਠੇ ਰਹਿ ਸ਼ੂਸ਼ੇ, ਆਏ ਨਹੀਂ ਕੋ ਬਾਤ ਨਾ ਪੁੱਛੇ। ਹਾਸਾ ਠੱਠਾ ਕਰਦੇ ਸਨ, ਮਖੌਲ ਕਰਦੇ ਸਨ। ਮਿੱਤਰ ਸਨ ਨਾ, ਹਮ ਉਮਰ ਦੇ ਸਨ। ਕਹਿੰਦੇ ਦਾਤੂ ਜੀ ਤੂੰ ਕਹਿੰਦਾ ਗੁਰੂ ਦਾ ਪੁੱਤਰ ਹੈ ਤੇ ਗੁਰੂ ਦਾ ਪੁੱਤਰ, ਪਰ ਖਾਲੀ ਬੈਠੇ ਦੇਖੇ ਤੇਰੇ ਕੋਲ ਤਾਂ ਕੋਈ ਆਉਂਦਾ ਨਹੀਂ, ਕੋਈ ਬਾਤ ਹੀ ਨਹੀਂ ਪੁੱਛਦਾ। ਕੋ ਸਿੱਖ ਆਏ ਨਾ ਦਰਸ ਨਿਹਾਰੇ,
ਭੇਟਣ ਅਰਪੇ ਨਮੋ ਨਾ ਧਾਰੈ। ਕੋਈ ਸਿੱਖ ਨਹੀਂ ਹੁੰਦਾ ਤੁਹਾਡੇ ਕੋਲ ਤੇ ਆ ਕੇ ਤੁਹਾਨੂੰ ਵੇਖਦਾ, ਦਰਸ਼ਨ ਵੀ ਨਹੀਂ ਕਰਦਾ, ਕੋਈ ਭੇਟਾ ਨਹੀਂ ਤੁਹਾਡੇ ਕੋਲ ਆਉਂਦੀ। ਜੀਵਤ ਹੈ ਪੇ ਮ੍ਰਿਤਕ ਸਮਾਨਾ, ਪਿਤ ਗਾਦੇ ਨਹਿ ਲਈ ਮਹਾਨਾ। ਹੁਣ ਇਹ ਜਿਹੜੇ ਮਿੱਤਰ ਨੇ, ਅਸਲ ਵਿੱਚ ਮਿੱਤਰ ਕਹਿੰਦੇ ਹੈ ਤੇ ਦੁਸ਼ਮਣੀ ਨੇ। ਭੈੜੀ ਮੱਤ ਦੇਣ ਵਾਲੇ ਕਈ ਵਾਰੀ ਲੱਗਦਾ ਕਿ ਮਿੱਤਰ ਨੇ, ਪਰ ਭੈੜੀ ਮੱਤ ਦੇਣ ਵਾਲਾ ਮਿੱਤਰ ਤਾਂ ਨਹੀਂ ਹੋ ਸਕਦਾ ਜੀ। ਇਵੇਂ ਦੇ ਜਿਹੜੇ ਭੈੜੀ ਮੱਤ ਦੇ ਮਾਲਕ ਨੇ, ਬਾਬਾ ਕਬੀਰ ਜੀ ਕਹਿੰਦੇ ਨੇ ਇਵੇਂ ਦੇ ਜੇ ਮਿੱਤਰ ਬਣ ਵੀ ਜਾਣ ਨਾ, ਵੀ ਹੱਥ ਜੋੜ ਕੇ ਦੂਰ ਹੋ ਕੇ ਨਿਕਲ ਜਾਣਾ ਚਾਹੀਦਾ, ਉਹਨਾਂ ਦਾ ਰਾਹ ਹੀ ਛੱਡ ਦੇਣਾ ਚਾਹੀਦਾ ਹੈ, ਉਹਨਾਂ ਨੂੰ ਵੇਖ ਕੇ ਭੱਜ ਜਾਣਾ ਚਾਹੀਦਾ ਹੈ। ਔਰ ਬਾਬਾ ਕਬੀਰ ਜੀ, ਉਹ ਕਬੀਰ ਜੀ ਬਨਾਰਸ ਦੇ ਵਿੱਚ ਜਿਹੜੇ ਵੱਡੇ ਵੱਡੇ ਧੁਰੰਦਰ ਸਨ, ਕਰਮ ਕਾਂਡਾਂ ਦੇ ਵਿੱਚ ਕਿਹੜੇ ਜਿਹੜੇ ਕਹਿੰਦੇ ਸਨ ਕੋਈ ਸਾਡੇ ਸਾਹਮਣੇ ਬੋਲ ਹੀ ਨਹੀਂ ਸਕਦਾ, ਉੱਥੋਂ ਨਹੀਂ ਡਰਦੇ, ਸਾਹਮਣੇ ਖਲੋ ਕੇ ਕਹਿੰਦੇ ਨੇ ਕਿ ਤੁਸੀਂ ਬਨਾਰਸ ਦੇ ਠੱਗ ਹੋ। ਪਰ ਇੱਥੇ ਆ ਕੇ ਬਾਬਾ ਕਬੀਰ ਜੀ ਕਹਿੰਦੇ ਭਾਈ ਇੱਥੋਂ ਮੈਂ ਵੀ ਡਰ ਗਿਆ। ਡਰ ਹੀ ਜਾਣਾ ਚਾਹੀਦਾ ਹੈ। ਔਰ ਬਾਬਾ ਕਬੀਰ ਜੀ ਦਾ ਪਾਵਨ ਬਚਨ ਹੈ, ਕਬੀਰ ਸਾਖਤ ਸੰਗ ਨ ਕੀਜੀਐ, ਦੂਰੈ ਜਾਈਐ ਭਾਜ। ਭੱਜ ਜਾਣਾ ਚਾਹੀਦਾ। ਕਿਉਂ ਜੀ? ਕਹਿੰਦੇ ਬਰਸਨ ਕਾਰ ਉਪਰਸੀਐ, ਤੋ ਕੁਛ ਲਾਗੈ ਦਾਗ। ਕਾਲੇ ਭਾਂਡੇ ਦੇ ਕੋਲੋਂ ਲੰਘ ਵੀ ਜਾਈਏ ਤੇ ਚਿੱਟੇ ਕੱਪੜੇ ਨੂੰ ਦਾਗ ਕਿਤੇ ਨਾ ਕਿਤੇ ਲੱਗ ਹੀ ਜਾਂਦਾ ਹੈ। ਇਵੇਂ ਦੇ ਲੋਕ ਜਿਹੜੇ ਕਾਲੇ ਭਾਂਡੇ ਦੀ ਤਰ੍ਹਾਂ ਹੀ ਨੇ। ਇਹ ਕਹਿੰਦੇ ਨੇ ਕਹਿਦਾ ਗੁਰੂ ਦਾ ਪੁੱਤਰ ਹੈ, ਜੀਵਤ ਹੀ ਪੇ ਮ੍ਰਿਤਕ ਸਮਾਨਾ, ਪਿਤ ਗਾਦੇ ਨਹਿ ਲਈ ਮਹਾਨਾ। ਤੁਹਾਡੇ ਪਿਤਾ ਦੀ ਗੱਡੀ ਤੇ ਏਡੀ ਮਹਾਨ ਸੀ ਗੱਦੀ, ਜੇ ਤੈਨੂੰ ਉਹ ਹੀ ਨਹੀਂ ਮਿਲੇ ਤੂੰ ਤਾਂ ਜਿਉਂਦਾ ਹੀ ਮਰਿਆ ਹੋਇਆ, ਤੂੰ ਕਾਹਦਾ ਜਿਉਂਦਾ ਕਿ ਆਪਣਾ ਹੱਕ ਵੀ ਨਹੀਂ ਲੈ ਸਕਿਆ। ਕਿਸੇ ਥਾਨ ਕੋ ਖਤਰੇ ਆਇਓ, ਮਹਾ ਅਰੋਜ ਤਾਹੇ ਨੇ ਪਾਇਓ। ਹੁਣ ਇਹ ਬਾਬਾ ਦਾਤੂ ਜੀ ਨੂੰ ਕਹਿੰਦੇ ਨੇ ਕਿ ਪਤਾ ਨਹੀਂ ਕਿਹੜੇ ਥਾਂ ਤੋਂ ਕਿਦੋਂ ਇੱਕ ਖੱਤਰੀ ਆਇਆ ਸੀ, ਤੇ ਏਡੇ ਵੱਡੇ ਮਹਾਨ ਚੀਜ਼ ਉਹ ਗੁਰਤਾ ਗੱਦੇ ਪ੍ਰਤਾਪ ਸਾਰਾ ਹੀ ਉਹ ਲੈ ਗਿਆ ਹੈ। ਧੰਨ ਬਾਬਾ ਅਮਰਦਾਸ ਜੀ ਬਾਰੇ ਉਹ ਖੱਤਰੀ ਕਹਿੰਦੇ ਨੇ, ਦੇਸਣ ਕੇ ਨਰੇਸ ਚਲੇ ਆਵੇਂ, ਅਰਬ ਉਪਾਇਣ ਸੀਸ ਝੁਕਾਵੇਂ। ਹੁਣ ਬਾਬਾ ਦਾਤੂ ਜੀ ਨੂੰ ਭੜਕਾਉਂਦੇ ਹੋਏ ਕਹਿੰਦੇ ਨੇ ਅਸੀਂ ਤਾਂ ਸੁਣਿਆ ਹੁਣ ਗੁਰੂ ਅਮਰਦਾਸ ਜੀ ਦੇ ਕੋਲ ਦੇਸਾਂ ਵਿਦੇਸ਼ਾਂ ਦੇ ਵਿੱਚੋਂ ਆਮ ਲੋਕ ਨੇ, ਵੱਡੇ ਵੱਡੇ ਰਾਜੇ ਤੇ ਬਾਦਸ਼ਾਹ ਵੀ ਹੁੰਦੇ ਨੇ, ਬੜੀਆਂ ਬੜੀ ਕੀਮਤੀ ਆ ਕੇ ਉੱਥੇ ਭੇਟਾਂ ਅਰਪਣ ਕਰਦੇ ਨੇ, ਸੀਸ ਝੁਕਾਉਂਦੇ ਨੇ। ਨਿਤ ਪ੍ਰਤ ਭੇਰ ਸੋ ਗੋਬਿੰਦਵਾਨ, ਆਏ ਸੰਗਤਾਂ ਮਿਲੇ ਵਿਸਾਲ। ਉਹ ਕਹਿੰਦੇ ਨੇ ਦਾਤੂ ਜੀ ਗੋਬਿੰਦਵਾਲ ਸਾਹਿਬ ਤੇ ਨਿਤ ਭੀੜ ਲੱਗੇ ਰਹਿੰਦੇ, ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਹੁੰਦੇ ਨੇ, ਵੱਡੇ ਵੱਡੇ ਰਾਜੇ ਮਹਾਰਾਜੇ ਹੁੰਦੇ ਨੇ, ਸੰਗਤਾਂ ਹੁੰਦੀਆਂ ਨੇ। ਤੁਹਾਡੇ ਕੋਲ ਤੇ ਆਮ ਸਿੱਖ ਵੀ ਨਹੀਂ ਆਉਂਦੇ, ਗਰੀਬ ਸਿੱਖ ਵੀ ਨਹੀਂ ਆਉਂਦੇ, ਆ ਕੇ ਖਾਲੀ ਨਮਸਕਾਰ ਹੀ ਨਹੀਂ ਕਰਦੇ। ਪੂਜੇ ਪਾਇਣ ਸੋ ਜਸ ਬਖਾਨੇ, ਅਤ ਉੱਤਮ ਵਸਤੂ ਕੋ ਆਨੇ। ਕਹਿੰਦੇ ਉਹ ਆ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਦੀ ਪੂਜਾ ਵੀ ਕਰਦੇ ਨੇ, ਨਮਸਕਾਰਾਂ ਵੀ ਕਰਦੇ ਨੇ, ਔਰ ਬੜੀਆਂ ਕੀਮਤੀ ਸੁਣਿਆ ਭੇਟਾਂ ਦਿੰਦੇ ਨੇ। ਮਾਰੇ ਬਚਨ ਬਾਣ ਉਰ ਗਾਡੇ, ਸੁਣ ਦਾਤੂ ਧੀਰਜ ਨਿਜ ਛਾਡੇ। ਔਰ ਜਦੋਂ ਇਵੇਂ ਦੀਆਂ ਗੱਲਾਂ ਉਹ ਖੱਤਰੀ ਮਿੱਤਰ ਆ ਕੇ ਦਾਤੂ ਜੀ ਨੂੰ ਕਹਿੰਦੇ ਨੇ ਤਾਂ ਗੱਲਾਂ ਥੋੜ੍ਹੀ, ਦਾਤੂ ਜੀ ਦੇ ਮਨ ਨੂੰ ਤੇ ਇਵੇਂ ਲੱਗਦੀਆਂ ਨੇ ਜਿਵੇਂ ਤੀਰ ਵੱਜਦੇ ਹੋਣ, ਅੰਦਰ ਚੁੱਭ ਜਾਂਦੀਆਂ ਨੇ ਕਿ ਇਹ ਸਾਰਾ ਕੁਝ ਤੇ ਮੇਰੇ ਕੋਲ ਹੋਣਾ ਸੀ। ਪਰ ਉਹ ਕਿਉਂਕਿ ਮਿੱਤਰ ਪਹਿਲੋਂ ਬੇਨਤੀ ਕੀਤੀ, ਅਸਲ ਵਿੱਚ ਮਿੱਤਰ ਥੋੜ੍ਹੀ ਸਨ। ਇਹ ਥੋੜ੍ਹੀ ਦੱਸਦੇ ਸਨ ਕਿ ਆਉਂਦਾ ਬੜਾ ਕੁਝ ਪਰ ਗੁਰੂ ਸਾਹਿਬ ਜੀ ਰੱਖਦੇ ਕੁਝ ਨਹੀਂ, ਉਹ ਕਿਸੇ ਤੋਂ ਲੈਂਦੇ ਕੁਝ ਨਹੀਂ, ਸ਼ਾਮ ਤੱਕ ਖਾਲੀ ਕਰ ਦਿੰਦੇ ਨੇ। ਮਹਿਮਾ ਜਦਿਅਪ ਜਾਣੇ ਤਿਨ ਕੇ, ਤਦ ਪੇ ਕੁਸੰਗਤ ਹਤੇ ਬ੍ਰਿਤ ਮਨ ਕੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਮਹਿਮਾ ਜਦ ਪੇ ਜਾਣੇ ਤਿਨ ਕੀ, ਕਿ ਭਾਵੇਂ ਬਾਬਾ ਦਾਤੂ ਜੀ ਦਾਸੂ ਜੀ ਗੁਰੂ ਅਮਰਦਾਸ ਜੀ ਦੀ ਮਹਿਮਾ ਨੂੰ ਚੰਗੀ ਤਰ੍ਹਾਂ ਜਾਣਦੇ ਸਨ, ਪਰ ਫਿਰ ਵੀ ਕੁਸੰਗਤ ਮਿਲ ਗਈ ਨਾ, ਭੈੜਿਆਂ ਦੀ ਸੰਗਤ ਮਿਲ ਗਈ। ਉਹਨਾਂ ਨੇ ਬਿਰਤੀ ਐਸੀ ਕਰ ਦਿੱਤੀ ਕਿ ਦੀਪਕ ਮਤਸਰ ਅਗਣ ਅਗਾਰੇ, ਦੁਸ਼ਟ ਕੇਰਾ ਮੇਲੇ ਕ੍ਰਿਤ ਤਾਰੇ। ਕਿ ਦਾਤੂ ਜੀ ਈਰਖਾ ਦੀ ਅੱਗ ਦੇ ਵਿੱਚ ਸੜਦੇ ਪਹਿਲੋਂ ਸਣ, ਈਰਖਾ ਦੀ ਅੱਗ ਤੇ ਪਹਿਲੋਂ ਬਲਦੀ ਸੀ।
ਪਰ ਇਹ ਜਿਹੜੇ ਆ ਕੇ ਉੱਤੋਂ ਚੁਗਲਖੋਰ ਹੋਰ ਚੁਗਲੀ ਕਰਦੇ ਨੇ, ਇਹ ਤੇ ਇਸ ਤਰ੍ਹਾਂ ਸੀ ਜਿਵੇਂ ਬਲਦੀ ਹੋਈ ਅੱਗ ਦੇ ਵਿੱਚ ਘਿਓ ਪਾਉਣ ਆ ਗਏ ਨੇ। ਈਰਖਾ ਦੀ ਅੱਗ ਨੂੰ ਹੋਰ ਭੜਕਾ ਦਿੱਤਾ। ਵਿਆਕੁਲ ਭਇਓ ਸਹਿਓ ਨਹਿ ਜਾਈ, ਅਤਰਸ ਤੇ ਚਿੱਤੇ ਅਸ ਉਪਜਾਈ। ਜਦੋਂ ਉਹ ਖੱਤਰੀ ਮਿੱਤਰ ਆ ਕੇ ਰੋਜ਼ ਇਵੇਂ ਦੀਆਂ ਗੱਲਾਂ ਕਰਨ, ਭੜਕਾਉਣ, ਸੁਣ ਸੁਣ ਕੇ ਦਾਤੂ ਜੀ ਵਿਆਕੁਲ ਹੋ ਗਏ। ਧੰਨ ਗੁਰੂ ਅਮਰਦਾਸ ਜੀ ਦੀ ਮਹਿਮਾ ਜਿਹੜੀ ਸਹਾਰੀ ਨਹੀਂ ਗਈ। ਮਨ ਦੇ ਵਿੱਚ ਇਵੇਂ ਦੇ ਵਿਚਾਰ ਬਣਾ ਲਈ ਕਿ ਅਮਰ ਗੁਰੂ ਕੋ ਜਾਏ ਸੰਘਾਰੋ, ਗੁਰਤਾ ਗਾਦੇ ਬਹੁਰ ਸੰਭਾਰੋ। ਕਿਉਂਕਿ ਜਦੋਂ ਭੈੜੀ ਬਿਰਤੀ ਹੋ ਜਾਏ ਫਿਰ ਕੁਝ ਨਹੀਂ ਸਮਝ ਆਉਂਦੀ ਕਿ ਮੈਂ ਕੀ ਵਿਚਾਰ ਰਿਹਾ ਹਾਂ, ਕੀ ਕਹਿ ਰਿਹਾ ਹਾਂ। ਇਵੇਂ ਦੇ ਵਿਚਾਰ ਆ ਗਏ ਕਿ ਗੁਰੂ ਅਮਰਦਾਸ ਜੀ ਨੂੰ ਮੈਂ ਜਾ ਕੇ ਮਾਰ ਹੀ ਦਿਆਂ। ਅਮਰ ਗੁਰੂ ਕੋ ਜਾਏ ਸੰਘਾਰੋ, ਜਾਣ ਤੋਂ ਹੀ ਮਾਰ ਦਿਆਂ, ਕਿਉਂਕਿ ਲਾਲਚ ਇੰਨੀ ਚੰਦਰੀ ਚੀਜ਼ ਹੈ। ਭਾਵੇਂ ਗੁਰੂ ਸਾਹਿਬ ਦੇ ਮਹਿਮਾ ਨੂੰ ਜਾਣਦੇ ਨੇ, ਫਿਰ ਵੀ ਇਹ ਸੁਣ ਸੁਣ ਕੇ ਮਨ ਦੇ ਵਿੱਚ ਇਵੇਂ ਦੀ ਗੰਦੀ ਵਿਚਾਰ ਆ ਗਈ ਕਿ ਉਹਨਾਂ ਨੂੰ ਮਾਰ ਕੇ ਗੁਰਤਾ ਗੱਦੇ ਨੂੰ ਮੈਂ ਜਾ ਕੇ ਆਪ ਹੀ ਸੰਭਾਲ ਲਵਾਂ। ਪਿਤ ਕੇ ਵਸਤੂ ਪੂਤ ਹਮ ਮਾਲਿਕ, ਅਪਰ ਕਿਸੂ ਕੇ ਕਿਮ ਹੋਏ ਤਾਲਿਕ। ਕਿਉਂਕਿ ਸਾਡੇ ਪਿਤਾ ਦੀ ਵਸਤੂ ਹੈ, ਪਿਤਾ ਤੋਂ ਬਾਅਦ ਪਿਤਾ ਦੀ ਵਸਤੂ ਦੇ ਮਾਲਕ ਅਸੀਂ ਹਾਂ, ਪੁੱਤਰ ਹੀ ਮਾਲਕ ਹੁੰਦੇ ਨੇ। ਕਿਸੇ ਹੋਰ ਦਾ ਤੇ ਤਲਕ ਨਹੀਂ ਬਣਦਾ, ਹੋਰ ਵਿੱਚ ਕੋਈ ਕਿਵੇਂ ਆ ਜਾਏ। ਹਿਮ ਵਿਚਾਰ ਕਰਕੇ ਪ੍ਰਸਥਾਨਾ, ਪਹੁੰਚਿਓ ਸਿਰੇ ਗੁਰ ਅੰਮ੍ਰਿਤ ਸਥਾਨਾ। ਕਹਿੰਦੇ ਹੁਣ ਦਾਤੂ ਜੀ ਨੇ ਮਾੜੀ ਸੰਗਤ ਵਿੱਚ ਆ ਕੇ ਮਾੜੀ ਵਿਚਾਰ ਬਣਾ ਲਈ, ਔਰ ਇਵੇਂ ਦੇ ਗੰਦੇ ਵਿਚਾਰ ਬਣਾ ਕੇ ਉੱਥੋਂ ਪ੍ਰਸਥਾਨ ਕੀਤਾ, ਗੋਇੰਦਵਾਲ ਸਾਹਿਬ ਨੂੰ ਚੱਲ ਪਿਆ, ਜਿੱਥੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬੈਠੇ ਨੇ। ਇਹ ਦਾਤੂ ਜੀ ਉੱਥੇ ਪਹੁੰਚ ਗਿਆ ਹੈ। ਲੱਗਿਓ ਦੀਵਾਨ ਬਿਰਾਜੇ ਵਿੱਚ, ਦਰਸ਼ੇ ਮਿਲੇ ਉੱਚੇ ਅਰ ਨੀਚ। ਉਧਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀਵਾਨ ਦੇ ਵਿੱਚ ਬਿਰਾਜਮਾਨ ਨੇ। ਦੀਵਾਨ ਸੱਜਿਆ ਹੋਇਆ ਹੈ, ਕੀਰਤਨ ਹੋ ਰਿਹਾ ਹੈ, ਚਾਰ ਸਪੇਰੇ ਗੁਰੂ ਕੀ ਸੰਗਤ ਬੈਠੀ, ਗੁਰੂ ਸਾਹਿਬ ਜੀ ਵਿੱਚ ਬੈਠੇ ਹੋਏ ਨੇ। ਉੱਥੇ ਕੋਈ ਊਚ ਨੀਚ ਦਾ ਫਰਕ ਨਹੀਂ ਸਨ, ਸਾਰੇ ਦਰਸ਼ਨ ਕਰ ਰਹੇ ਸਨ। ਦਰਸੇ ਮਿਲੇ ਉੱਚੇ ਅਰ ਨੀਚ, ਕੋ ਟੇਕਤ ਹੈ ਮਾਥੇ ਅਗਾਰੇ, ਕੋ ਬਿਣਤੇ ਕਰ ਜੋਰ ਉਚਾਰੇ। ਦਾਤੂ ਜੀ ਕੀ ਵੇਖਦੇ ਨੇ, ਕੋਈ ਆ ਕੇ ਮੱਥਾ ਟੇਕ ਰਿਹਾ ਹੈ, ਕੋਈ ਮੱਥਾ ਟੇਕ ਕੇ ਹੱਥ ਜੋੜ ਜੋੜ ਕੇ ਗੁਰੂ ਅਮਰਦਾਸ ਜੀ ਦੇ ਅੱਗੇ ਅਰਦਾਸ ਬੇਨਤੀ ਕਰ ਰਿਹਾ, ਕੋਈ ਆਪਣੇ ਦੁੱਖੜੇ ਸੁਣਾ ਰਿਹਾ ਹੈ। ਕੋ ਬੈਠੇ ਸਿਮਰੇ ਸਤਨਾਮੂ, ਗਾਏ ਰਬਾਬੇ ਧੁਨ ਅਬਿਰਾਮੂ। ਕੋਈ ਆ ਕੇ ਸੰਗਤ ਵਿੱਚ ਬੈਠਾ ਹੋਇਆ ਅੱਖਾਂ ਮੀਟੀਆਂ ਨੇ, ਵਾਹਿਗੁਰੂ 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 ਜਪ ਰਿਹਾ ਹੈ। ਉਧਰ ਦਾਤੂ ਜੀ ਵੇਖਦੇ ਨੇ ਕਿ ਰਵਾਬੀ ਨੇ, ਰਵਾਬੀ ਸਿੱਖ ਬੈਠੇ ਨੇ, ਉਹ ਸ਼ਬਦ ਦਾ ਕੀਰਤਨ ਕਰ ਰਹੇ ਨੇ, ਗਾਇਨ ਕਰ ਰਹੇ ਨੇ। ਕੋ ਇੱਕ ਚਿਤ ਹੈ ਉਹ ਸ਼ਬਦ ਸੁਣਤ ਹੈ, ਕੋ ਮਨ ਵਿਖੈ ਵਿਚਾਰ ਗੁਣ ਤੇ ਹੈ। ਉਸ ਸੰਗਤ, ਕਿਉਂਕਿ ਸੰਗਤ ਵਿੱਚ ਸਾਰੇ ਇੱਕੋ ਜਿਹੀ ਬਿਰਤੀ ਵਾਲੇ ਨਹੀਂ ਨਾ ਹੁੰਦੇ ਜੀ। ਸੰਗਤ ਵਿੱਚ ਕੋਈ ਇੱਕ ਚਿੱਤ ਹੋ ਕੇ ਬੜੇ ਪ੍ਰੇਮ ਦੇ ਨਾਲ ਜਿਹੜੇ ਰਵਾਬੀ ਸਿੰਘ ਸ਼ਬਦ ਗਾ ਰਹੇ ਨੇ, ਉਹਨਾਂ ਸ਼ਬਦਾਂ ਨੂੰ ਸੁਣ ਰਹੇ ਨੇ। ਕੋਈ ਮਨ ਦੇ ਵਿੱਚ ਕਿਸੇ ਤਰ੍ਹਾਂ ਦੇ ਵਿਚਾਰ ਕਰ ਰਿਹਾ ਹੈ ਕਿ ਜਦੋਂ ਦੀਵਾਨ ਦੀ ਸਮਾਪਤੀ ਹੋਵੇਗਾ, ਸ਼ਬਦ ਦਾ ਭੋਗ ਪਾਇਆ ਜਾਏਗਾ, ਗੁਰੂ ਸਾਹਿਬ ਤੋਂ ਇਹ ਕੁਛ ਮੰਗਾਂਗਾ, ਇਹ ਕੁਛ ਜਾ ਕੇ ਬੇਨਤੀ ਕਰਾਂਗਾ। ਇਵੇਂ ਦੇ ਵਿਚਾਰਾਂ ਦੀ ਗਿਣਤੀ ਵੀ ਬੈਠੇ ਹੋਏ ਕਰੀ ਜਾਂਦੇ ਨੇ। ਪਿਖ ਪ੍ਰਤਾਪ ਨਹਿ ਹਿਰਦੇ ਸਹਾਰਾ, ਭਇਓ ਕ੍ਰੋਧ ਤੇ ਸ਼ੋਭਿਤ ਭਾਰਾ। ਪਹਿਲੋਂ ਤੇ ਕੇਵਲ ਗੁਰੂ ਅਮਰਦਾਸ ਜੀ ਦੀ ਮਹਿਮਾ ਕੰਨਾਂ ਨਾਲ ਹੀ ਸੁਣਦਾ ਸੀ। ਹੁਣ ਦਾਤੂ ਜੀ ਨੇ ਆ ਕੇ ਸਾਰਾ ਕੁਝ ਵੇਖਿਆ, ਗੁਰੂ ਸਾਹਿਬ ਦਾ ਏਡਾ ਪ੍ਰਤਾਪ, ਇੰਨੇ ਲੋਕ, ਇੰਨੀ ਸੰਗਤ, ਬਸ ਕ੍ਰੋਧ ਦੇ ਨਾਲ, ਗੁੱਸੇ ਦੇ ਨਾਲ ਭਰ ਗਿਆ। ਗੁਰੂ ਸਾਹਿਬ ਦੀ ਮਹਿਮਾ ਬਰਦਾਸ਼ਤ ਹੀ ਨਹੀਂ ਹੋਈ, ਸਹਾਰ ਹੀ ਨਹੀਂ ਸਕਿਆ। ਅਪਰ ਕਛੂ ਤਹਿ ਹੋਏ ਨਾ ਸਕੈ, ਪਹੁੰਚ ਨਿਕਟ ਗੁਰ ਤਨ ਕੋ ਤੱਕੈ। ਹੁਣ ਕਿਉਂਕਿ ਇੰਨੇ ਸਿੱਖ ਨਾਲ ਸਨ, ਬਾਬਾ ਬੁੱਢਾ ਸਾਹਿਬ ਜੀ ਵਰਗੇ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਬੈਠੇ ਹੋਏ ਨੇ। ਘਰੋਂ ਤਾਂ ਭਾਵੇਂ ਸੋਚ ਗਿਆ ਸੀ ਕਿ ਜਾ ਕੇ ਜਾਨੋਂ ਹੀ ਮਾਰ ਦਿਆਂ, ਪਰ ਹੁਣ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਦਾਤੂ ਜੀ ਵਿਚਾਰਦੇ ਨੇ ਹੋਰ ਤਾਂ ਕੁਝ ਹੋ ਨਹੀਂ ਸਕਦਾ। ਅਪਰ ਕਛੂ ਨਹਿ ਹੋਏ ਨਾ ਸਕੈ, ਹੋਰ ਨਹੀਂ ਕੁਝ ਹੋ ਸਕਦਾ।
ਪਰ ਗੁਰੂ ਸਾਹਿਬ ਦੇ ਕੋਲ ਪਹੁੰਚ ਕੇ ਧੰਨ ਗੁਰੂ ਅਮਰਦਾਸ ਜੀ ਦੇ ਤਨ ਨੂੰ, ਸਰੀਰ ਨੂੰ ਚੰਗੀ ਤਰ੍ਹਾਂ ਵੇਖਦਾ ਹੈ। ਗੁੱਸੇ ਦੇ ਨਾਲ ਅੱਖਾਂ ਲਾਲ ਨੇ। ਰਿਸਕਾਰ ਔਰ ਭਾਰ ਮੈਂ ਹੈ ਲਾਤ ਪ੍ਰਹਾਰੇ, ਜਿਮ ਲక్ష్ਮੀ ਪਤ ਕੇ ਪ੍ਰਗ ਮਾਰੇ। ਹੁਣ ਇੰਨਾ ਗੁੱਸਾ ਚੰਡਾਲ ਸੀ ਕਿ ਗੁੱਸੇ ਦੇ ਵਿੱਚ ਆ ਕੇ ਬਿਲਕੁਲ ਵਿਚਾਰ ਨਹੀਂ ਕੀਤੀ ਕਿ ਜਿਹਨੂੰ ਗੁਰੂ ਪਿਤਾ ਜੀ ਆਪ ਆਪਣੀ ਥਾਂ ਤੇ ਬਿਠਾ ਕੇ ਗਏ ਨੇ ਸਾਹਮਣੇ, ਔਰ ਹੁਕਮ ਕਰਕੇ ਗਏ ਸਨ, ਅੱਜ ਤੋਂ ਤੁਹਾਡਾ ਗੁਰੂ ਗੁਰੂ ਅਮਰਦਾਸ ਜੀ ਹੈ। ਪਰ ਸਭ ਕੁਝ ਭੁੱਲ ਗਿਆ, ਗੁੱਸਾ ਹੈ ਹੀ ਇੰਨਾ ਚੰਦਰਾ। ਇੰਨੇ ਕ੍ਰੋਧ ਵਿੱਚ ਆਇਆ, ਅੱਖਾਂ ਨਾਲ ਕੇ ਕੁਝ ਨਹੀਂ ਵਿਚਾਰਿਆ ਗੁਰੂ ਸਾਹਿਬ ਜੀ ਦੇ। ਇਹਨੇ ਜ਼ੋਰ ਦੀ ਲੱਤ ਦੇ ਨਾਲ ਵਾਰ ਕੀਤਾ, ਲੱਤ ਮਾਰੀ। ਸਿੰਘਾਸਣ ਤੇ ਗਿਰ ਕਰ ਪਰੇ, ਬ੍ਰਿਧ ਸਰੀਰ ਕੰਬ ਕਹੁ ਕਰੇ। ਹੁਣ ਧੰਨ ਗੁਰੂ ਅਮਰਦਾਸ ਜੀ ਕਈ ਵਾਰੀ ਪਹਿਲੋਂ ਬੇਨਤੀ ਕੀਤੀ ਆਪ ਜੀ ਜਾਂਦੇ, ਸਰੀਰ ਜਿਹੜਾ ਬਹੁਤਾ ਲੰਬਾ ਨਹੀਂ ਸੀ, ਸਰੀਰ ਕਰਕੇ ਹੈ ਵੀ ਪਤਲੇ ਸਨ, ਔਰ ਜਿਹੜੀ ਉਮਰ ਹੈ ਉਹ ਵੀ 90 ਦੇ ਨੇੜੇ ਪਹੁੰਚੀ ਹੈ, ਉਮਰ ਕਰਕੇ ਵੀ ਬਜ਼ੁਰਗ ਨੇ। ਇਹ ਕਹਿੰਦੇ ਕਿ ਸਰੀਰ ਤੇ ਕਮਜ਼ੋਰੀ ਹੈ ਨਾ। ਸਤਿਗੁਰੂ ਜੀ ਨੇ ਜਦੋਂ ਜ਼ੋਰ ਦੀ ਲੱਤ ਮਾਰੀ, ਸਿੰਘਾਸਣ ਦੇ ਉੱਤੇ ਬੈਠੇ ਸਨ, ਉਹ ਜਿਹੜਾ ਸਿੰਘਾਸਣ ਸੰਭਲਿਆ ਨਹੀਂ। ਗੁਰੂ ਸਾਹਿਬ ਜੀ ਸਿੰਘਾਸਣ ਤੋਂ ਥੱਲੇ ਡਿੱਗ ਪਏ। ਬਹੁਰ ਸੰਭਾਰ ਉੱਠੇ ਤਤਕਾਲਾ, ਕਹਿ ਦਾਤੂ ਕੇ ਚਰਨ ਕਿਰਪਾਲਾ। ਔਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਨਿਮਰਤਾ ਹੀ ਹੈ। ਆਪਣੇ ਆਪ ਨੂੰ ਸੰਭਾਲਿਆ, ਤਨ ਨੂੰ ਸੰਭਾਲਿਆ, ਤੇ ਆਪਣੇ ਗੁਰੂ ਦਾ ਪੁੱਤਰ ਜਾਣ ਕੇ ਸਤਿਕਾਰ ਕੀਤਾ ਹੈ। ਦੇਖੋ, ਜਿਹੜੇ ਗੁਰੂ ਦੇ ਪੁੱਤਰ ਗੁਰੂ ਦੀ ਗੱਲ ਨਹੀਂ ਮੰਨਦੇ, ਸਾਡੇ ਸਾਹਮਣੇ ਹੀ ਹੈ। ਇਹ ਸਥਾਨ ਵੀ ਹੋਈ ਨਾ, ਰਾਮ ਰਾਏ ਨੇ ਨਹੀਂ ਸੀ ਮੰਨਿਆ, ਤੇ ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਕਰ ਦਿੱਤਾ ਸੀ, ਭਾਵੇਂ ਮੇਰਾ ਪੁੱਤਰ ਪਈ ਇਹਨੂੰ ਮੂੰਹ ਨਹੀਂ ਲਾਉਣਾ। ਜਿਹੜਾ ਗੁਰੂ ਦੇ ਬਚਨਾਂ ਨੂੰ ਨਾ ਮੰਨੇ, ਉਹਨੂੰ ਸਿੱਖ ਮੂੰਹ ਕਿਵੇਂ ਲਾਵੇ। ਪਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਨਿਮਰਤਾ ਹੈ ਕਿ ਮੇਰੇ ਗੁਰੂ ਦਾ ਪੁੱਤਰ ਹੈ। ਲੱਤ ਮਾਰੀ ਹੈ ਤੇ ਗੁੱਸਾ ਨਹੀਂ ਕੀਤਾ, ਉੱਠ ਕੇ ਬਾਬਾ ਦਾਤੂ ਜੀ ਦੇ ਚਰਨਾਂ ਨੂੰ ਫੜ ਲਿਆ। ਜਿਹੜੀ ਲੱਤ ਮਾਰੀ ਉਹ ਹੀ ਪੈਰ ਫੜ ਲਿਆ। ਕਰ ਕਮਲਨ ਸੋ ਮਰਦਨ ਕਰੇ, ਬਿਨਤੇ ਸਹਿਤ ਸੋ ਬਾਕ ਉਚਰੇ। ਗੁੱਸਾ ਬਿਲਕੁਲ ਨਹੀਂ ਕੀਤਾ, ਹੱਥਾਂ ਨਾਲ ਫੜ ਕੇ ਨਾ, ਉਹਨਾਂ ਕਮਲ ਰੂਪੇ ਹੱਥਾਂ ਦੇ ਨਾਲ ਗੁਰੂ ਸਾਹਿਬ ਜੀ ਉਸ ਲੱਤ ਨੂੰ, ਪੈਰ ਨੂੰ ਹੱਥਾਂ ਦੇ ਨਾਲ ਮਲਦੇ ਨੇ, ਮਸਲਦੇ ਨੇ, ਤੇ ਨਾਲੇ ਬੜੇ ਪ੍ਰੇਮ ਦੇ ਵਿੱਚ ਆ ਕੇ ਬਚਨ ਕਰਦੇ ਨੇ। ਇੱਕ ਤੋਂ ਸੇਵਾ ਕਰਤ ਰਹਿਓ ਹੋ, ਦੁਤੀਏ ਪੈਤੇ ਬਿਰਧ ਭਇਓ ਹੋ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਿ ਇੱਕ ਤੇ ਮੈਂ ਉਸ ਘਰ ਦੀ ਸੇਵਾ ਕਰਦਾ ਰਿਹਾ, ਤੁਹਾਡੇ ਘਰ ਦੀ ਗੁਰੂ ਸਾਹਿਬ ਜੀ ਕਹਿੰਦੇ ਨੇ ਸੇਵਾ ਕਰਦਾ ਰਿਹਾ, ਸੇਵਕ ਹਾਂ। ਦੂਸਰਾ, ਮੈਂ ਬਿਰਧ ਬਹੁਤ ਹੋ ਚੁੱਕਿਆ, ਸਰੀਰ ਵੀ ਕਮਜ਼ੋਰ ਹੈ। ਜਾਂ ਤੇ ਅਧਿਕ ਸਰੀਰ ਕਠੋਰਾ, ਤੁਮਰੋ ਚਰਨ ਮ੍ਰਿਦਲ ਨਹਿ ਕੋਰਾ। ਔਰ ਦੇਖੋ, ਜਿਹੜੇ ਕੰਮ ਕਰਦੇ ਨੇ ਕੀਰਤੀ ਸਿੱਖ ਨੇ, 75 ਸਾਲ ਦੇ ਵੀ ਦਿਹਾੜੀਆਂ ਕਰਦੇ ਹੋਏ ਆਪਾਂ ਵੇਖ ਲੈਂਦੇ ਹਾਂ ਨਾ, ਉਹ 50 ਕਿਲੋ ਵਜ਼ਨ ਏਡੀ ਉਮਰ 'ਚ ਵੀ ਚੁੱਕ ਲੈਂਦੇ ਨੇ। ਤੇ ਉਹ ਐਵੇਂ ਤੇ ਨਹੀਂ ਚੁੱਕਿਆ ਜਾਂਦਾ, ਸਰੀਰ ਜਿਹੜਾ ਫਿਰ ਮਜ਼ਬੂਤ ਤੇ ਹੁੰਦਾ ਹੀ ਹੈ। ਸਤਿਗੁਰੂ ਜੀ ਕਹਿੰਦੇ ਨੇ ਸੇਵਾ ਕਰਦਾ ਰਿਹਾ, ਸਰੀਰ ਜਿਹੜਾ ਹੈ ਭਾਵੇਂ ਬਜ਼ੁਰਗ ਹੋ ਗਿਆ, ਪਰ ਹੱਡ ਬੜੇ ਮਜ਼ਬੂਤ ਨੇ ਨਾ, ਬੜੇ ਕਠੋਰ ਨੇ। ਤੁਮਰੋ ਚਰਨ ਮ੍ਰਿਤ ਨਹਿ ਥੋਰਾ, ਪਰ ਤੁਹਾਡੇ ਚਰਨ ਬੜੇ ਕੋਮਲ ਨੇ, ਕਿਉਂਕਿ ਕਦੇ ਪੈਦਲ ਚੱਲ ਕੇ ਵੀ ਨਹੀਂ ਵੇਖਿਆ ਹੋਣਾ, ਹੱਥ ਦੇ ਨਾਲ ਕਦੇ ਆਪਣੇ ਗੁਰੂ ਪਿਤਾ ਨੂੰ ਪਾਣੀ ਵੀ ਨਹੀਂ ਪਿਆ ਹੋਣਾ। ਹੋਏ ਕੋ ਕਸ਼ਟ ਮਹਾਨਾ, ਸਿਮੋ ਭਇਓ ਅਪਰਾਧ ਅਜਾਨਾ। ਧੰਨ ਗੁਰੂ ਅਮਰਦਾਸ ਜੀ ਦਾਤੂ ਜੀ ਨੂੰ ਕਹਿੰਦੇ ਨੇ ਕਿ ਮੈਨੂੰ ਬਖਸ਼ ਦਿਓ, ਤੁਹਾਨੂੰ ਬੜਾ ਕਸ਼ਟ ਹੋਇਆ ਹੋਵੇਗਾ, ਪੈਰ ਮਾਰਿਆ ਹੈ, ਪੈਰ ਦੁਖਿਆ ਹੋਵੇਗਾ, ਔਰ ਅਣਜਾਣ ਪੁਣੇ ਤੋਂ ਮੇਰੇ ਤੋਂ ਅਸਲ ਵਿੱਚ ਅਪਰਾਧ ਹੋ ਗਿਆ, ਮੈਨੂੰ ਉਹਦੇ 'ਤੇ ਵੀ ਮਾਫ਼ ਕਰ ਦਿਓ। ਹੁਣ ਅਪਰਾਧ ਕੀ ਹੋਇਆ ਹੈ ਜੀ? ਸ੍ਰੀ ਗੁਰ ਕੇ ਸੁਤ ਹੋ ਬੜ ਭਾਗੇ, ਮਮ ਹਿਤਕਾਰ ਇਤਨੋ ਦੁੱਖ ਲਾਗੇ। ਕਿ ਤੁਸੀਂ ਮੇਰੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪੁੱਤਰ ਹੋ, ਇਸ ਕਰਕੇ ਤੁਸੀਂ ਹੈ ਤੇ ਵੱਡੇ ਭਾਗਾਂ ਵਾਲੇ ਹੋ। ਮੇਰੇ ਨਾਲ ਪਿਆਰ ਕਰਕੇ ਤੁਸੀਂ
ਇੰਨਾ ਦੁੱਖ ਝੱਲਿਆ ਕਿ ਮੈਨੂੰ ਲੱਤ ਮਾਰੀ, ਤੁਹਾਨੂੰ ਫਿਰ ਵੀ ਦੁੱਖ ਹੋਇਆ। ਇੱਥੇ ਤੁਸੀਂ ਚੱਲ ਕੇ ਆਏ ਤਾਂ ਵੀ ਤਕਲੀਫ ਹੋਈ। ਤੁਮਕੋ ਦੇਖਣਾ ਅਗਰ ਖਰੋਵਾ, ਹੁਤੋ ਮਾਨ ਮਮ ਸੋ ਤੁਮ ਖੋਵਾ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਮੇਰੇ ਗੁਰੂ ਦਾ ਪੁੱਤਰ ਆਇਆ ਸੀ, ਗੁਰੂ ਪੁੱਤਰ ਹੋਣ ਕਰਕੇ ਚਾਹੀਦਾ ਸੀ ਇਹ ਸੀ ਤੁਹਾਨੂੰ ਵੇਖ ਕੇ ਮੈਂ ਦੂਰ ਉੱਠ ਕੇ ਖਲੋ ਜਾਂਦਾ, ਕਿਉਂਕਿ ਧਿਆਨ ਹੀ ਨਹੀਂ ਕੀਤਾ, ਦੇਖੀ ਹੀ ਨਹੀਂ। ਅਣਜਾਣਪੁਣੇ ਦੇ ਵਿੱਚ ਇਹ ਅਪਰਾਧ ਹੋ ਗਿਆ ਹੈ ਕਿ ਤੁਹਾਡਾ ਸਤਿਕਾਰ ਨਹੀਂ ਕਰ ਸਕੇ। ਇਹ ਗੁਰੂ ਸਾਹਿਬ ਦੀ ਨਿਮਰਤਾ ਹੈ। ਇੱਥੇ ਗੁਰੂ ਸਾਹਿਬ ਜੀ ਨੇ ਫਿਰ ਜਿਹੜੀ ਕਿਰਪਾ ਕੀਤੀ, ਅੱਗੇ ਜੋ ਕੁਛ ਦਾਤੂ ਜੀ ਨਾਲ ਹੋਣਾ ਹੈ, ਇਹ ਪ੍ਰਸੰਗ ਆਪਾਂ ਕੱਲ੍ਹ ਵਿਚਾਰਾਂਗੇ ਸਮੇਂ ਦੇ ਮੁਤਾਬਕ। ਅੱਜ ਇਤਨੀ ਬੇਨਤੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ